ਇੱਥੇ ਪੰਜਾਬੀ ਕਿਉਂ ਨਹੀਂ ਪੜ੍ਹਾਈ ਜਾਂਦੀ ਸੀ? ਡੋਗਰੀ ਨੂੰ ਪੰਜਾਬੀ ਦਾ ਇੱਕ ਰੂਪ ਕਿਹਾ ਜਾਂਦਾ ਸੀ। ਹੁਣ ਪੰਜਾਬੀ ਬੰਦ ਕਰ ਦਿੱਤੀ। ਔਰ ਕਰਨ ਵਾਲਿਆਂ ਨੇ ਤੁਹਾਨੂੰ ਵਸਣ ਵਾਲੇ ਸਿੱਖਾਂ ਨੂੰ ਪੁੱਛਿਆ ਤੱਕ ਵੀ ਨਹੀਂ ਹੈ। ਬਿਲਕੁਲ ਨਹੀਂ ਪੁੱਛਿਆ ਵੀ ਸਰਦਾਰੋ ਤੁਹਾਡੀ ਕੀ ਸਲਾਹ ਹੈ? ਸਿਆਸੀ ਤੌਰ 'ਤੇ ਤੁਸੀਂ ਇਸ ਹੱਦ ਤੱਕ ਕਮਜ਼ੋਰ ਹੋ ਚੁੱਕੇ ਹੋ ਕਿ ਤੁਹਾਨੂੰ ਪੁੱਛਣ ਦੀ ਕੋਈ ਪਰਵਾਹ ਵੀ ਨਹੀਂ ਕਰੇ। ਇੱਥੇ ਜਿਹੜੇ ਸਾਡੇ ਹਿਸਟੋਰੀਕਲ ਮੋਨੂਮੈਂਟਸ ਨੇ ਜਾਂ ਹਿਸਟੋਰੀਕਲ ਪਲੇਸਿਸ ਨੇ, ਉਹ ਅਲੋਪ ਕਰਕੇ ਸੰਗਮਰਮਰ ਦੇ ਵੱਡੀਆਂ ਬਿਲਡਿੰਗਾਂ ਨਹੀਂ ਉਸਾਰੀਆਂ ਜਾ ਰਹੀਆਂ। ਉਹਦੇ ਨਾਲ ਜਿਹੜਾ ਇਤਿਹਾਸ ਨੂੰ ਵੀ ਕਿਤੇ ਨਾ ਕਿਤੇ ਢਾਹ ਨਹੀਂ ਲੱਗ ਰਹੀ। ਉਸ ਵੇਲੇ ਜਦੋਂ 1981 ਦਾ ਸਮਾਂ ਤੁਸੀਂ ਦੱਸਿਆ, ਉਸ ਵੇਲੇ ਪੰਜਾਬ ਦਾ ਮਾਹੌਲ ਵੀ ਥੋੜ੍ਹਾ ਜਿਹੜਾ ਸੀਗਾ ਉਹ ਕਿਸ ਤਰੀਕੇ ਦਾ ਸੀ, ਅਤੇ ਤੁਹਾਨੂੰ ਇੱਥੋਂ ਬਾਹਰ ਨਿਕਲਣ ਦੇ ਵਿੱਚ ਕੀ ਲੱਗਿਆ ਕਿ ਪੰਜਾਬ ਨੂੰ ਉਸ ਵੇਲੇ ਛੱਡ ਕੇ ਜਾਣਾ ਚਾਹੀਦਾ ਜਾਂ ਨਹੀਂ? ਜਦੋਂ ਤੁਸੀਂ ਇੱਕ ਦਸ਼ਕ ਪੂਰਾ ਬਿਤਾ ਕੇ 10 ਸਾਲ ਤੋਂ ਵੀ ਵੱਧ ਬਾਹਰਲੀਆਂ ਕੰਟਰੀਆਂ 'ਚੋਂ ਬਿਤਾ ਕੇ ਆਪਦੇ ਦੇਸ਼ ਪੰਜਾਬ ਦੇ ਵਿੱਚ ਮੁੜ ਕੇ ਆਏ, ਉਦੋਂ ਜਾਣ ਵੇਲੇ ਦਾ ਅਤੇ ਮੁੜ ਕੇ ਆਉਣ ਵੇਲੇ ਦੇ ਮਾਹੌਲ ਦੇ ਵਿੱਚ ਵੀ ਤਾਂ ਫਰਕ ਹੋਇਆ ਹੋਣਾ। ਯੂਕੇ ਦੀ ਦੌਰੇ ਤੋਂ ਵਾਪਸ ਆਏ, ਉਸ ਦੌਰਾਨ ਅਤੇ ਅੱਜ ਤੱਕ ਕੁਛ ਤੁਸੀਂ ਲਿਖਤਾਂ ਵੀ ਲਿਖੀਆਂ ਨੇ, ਕੁਛ ਕਿਤਾਬਾਂ ਵੀ ਲਿਖੀਆਂ ਨੇ, ਉਹਨਾਂ ਦੇ ਬਾਰੇ ਥੋੜ੍ਹਾ ਚਾਨਣਾ ਪਾ ਦਿਓ। ਆਪਸੀ ਸਾਂਝ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਸਮੇਂ-ਸਮੇਂ 'ਤੇ ਕਿਸੇ ਨਾ ਕਿਸੇ ਇੱਕ ਐਸੀ ਹਸਤੀ ਨੂੰ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਹਾਂ। ਅੱਜ ਤੁਹਾਡੇ ਸਾਹਮਣੇ ਅਸੀਂ ਲੈ ਕੇ ਆਏ ਹਾਂ ਗਿਆਨੀ ਗੁਰਬਖਸ਼ ਸਿੰਘ ਜੀ ਗੁਲਸ਼ਨ, ਪ੍ਰਚਾਰਕ ਅਤੇ ਕਥਾਵਾਚਕ। ਇਹਨਾਂ ਦੇ ਨਾਲ ਗੱਲਬਾਤ ਕਰਾਂਗੇ। ਇਹਨਾਂ ਦੇ ਨਾਲ ਅਸੀਂ ਇਹਨਾਂ ਦੀਆਂ ਜਿਹੜੀਆਂ ਜੋ ਵੀ ਇਹਨਾਂ ਨੇ ਆਪਣੇ ਜੀਵਨ ਦੇ ਵਿੱਚ ਕੌਮ ਪ੍ਰਤੀ ਕੰਮ ਕੀਤੇ ਹਨ, ਉਹਨਾਂ ਦੇ ਬਾਰੇ 'ਚ ਅਸੀਂ ਗੱਲਬਾਤ ਕਰਾਂਗੇ। ਆਓ ਸਭ ਤੋਂ ਪਹਿਲਾਂ ਇਹਨਾਂ ਦੇ ਨਾਲ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ, ਸਭ ਤੋਂ ਪਹਿਲਾਂ ਅਸੀਂ ਸ਼ੁਰੂ ਕਰਦੇ ਹਾਂ ਤੁਹਾਡੇ ਪਿਛੋਕੜ ਤੋਂ। ਕਿੱਥੋਂ ਦਾ ਜਨਮ ਹੈ ਅਤੇ ਕਿਸ ਤਰ੍ਹਾਂ ਤੁਹਾਡਾ ਜੀਵਨ ਜਿਹੜਾ ਹੈ ਇਸ ਸੰਸਾਰ ਦੇ ਵਿੱਚ ਸ਼ੁਰੂ ਹੋਇਆ? ਮੇਰਾ ਜਨਮ ਫਿਰੋਜ਼ਪੁਰ ਸ਼ਹਿਰ ਦਾ ਹੈ। ਮੁੱਢਲੇ 20 ਸਾਲ ਜਿਹੜੇ ਨੇ ਉਹ ਮੈਂ ਫਿਰੋਜ਼ਪੁਰ ਵਿੱਚ ਗੁਜ਼ਾਰੇ ਨੇ। ਅਗਲੇ 10 ਸਾਲ ਮੈਂ ਲੁਧਿਆਣੇ ਵਿੱਚ ਰਿਹਾ ਆ ਕੇ, ਅਤੇ 1981 ਦੇ ਵਿੱਚ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਗਿਆਨੀ ਗੁਰਦਿਆਲ ਸਿੰਘ ਜੀ ਅਜਨੋਆ ਜੀ, ਉਹਨਾਂ ਨੇ ਕਿਰਪਾ ਕੀਤੀ ਅਤੇ ਮੈਨੂੰ ਸੰਗਤ ਦੀ ਸੇਵਾ ਵਾਸਤੇ ਯੂਕੇ ਭੇਜ ਦਿੱਤਾ। ਸੋ ਮੁੱਢਲੀ ਜਿਹੜੀ ਮੇਰੀ ਵਿੱਦਿਆ ਵੀ ਹੈ ਉਹ ਫਿਰੋਜ਼ਪੁਰ ਵਿੱਚ ਹੋਈ, ਲੁਧਿਆਣੇ ਵਿੱਚ ਹੋਈ, ਲੇਕਿਨ ਉੱਥੇ ਜਾ ਕੇ ਵੀ ਮੈਂ ਕੈਂਬਰਿਜ ਯੂਨੀਵਰਸਿਟੀ ਲੈਵਲ ਤੱਕ ਮੈਂ ਸਟੱਡੀ ਕਰਦਾ ਰਿਹਾ, ਸਤਿਗੁਰਾਂ ਦੀ ਕਿਰਪਾ ਸਦਕਾ। ਮਾਣਯੋਗ ਪਿਤਾ ਜੀ ਗਿਆਨੀ ਸਰਦੂਲ ਸਿੰਘ ਸਾਹਿਬ ਸਮੇਂ ਦੇ ਬੜੇ ਭਾਰੀ ਵਿਦਵਾਨ ਸਨ। ਇਹ ਕਰਤਾਰੀ ਖੇਲ ਹੈ ਕਿ ਮੈਨੂੰ ਲੰਬਾ ਸਮਾਂ ਉਹਨਾਂ ਦੀ ਛਾਂ ਪ੍ਰਾਪਤ ਨਾ ਹੋ ਸਕੀ। ਮੈਂ 11.5 ਸਾਲ ਦਾ ਸੀ ਜਦੋਂ ਚਲੇ ਗਏ। ਲੇਕਿਨ ਘਰ ਦਾ ਜਿਹੜਾ ਮਾਹੌਲ ਹੁੰਦਾ ਹੈ ਜਾਂ ਜਿਹਨੂੰ ਸੰਸਕਾਰ ਆਖਦੇ ਨੇ, ਐਸਾ ਸਾਰਾ ਕੁਛ ਮੈਨੂੰ ਧੁਰੋਂ ਪ੍ਰਾਪਤ ਹੋਇਆ। ਔਰ ਸੰਗਤ ਨੇ ਕਿਰਪਾ ਕੀਤੀ, ਕਿਰਪਾ ਕਰਕੇ ਮੈਨੂੰ ਆਪਣੇ ਨਾਲ ਜੋੜ ਲਿਆ, ਗੁਰੂ ਘਰਾਂ ਨਾਲ ਜੋੜ ਲਿਆ ਸੇਵਾ ਵਿੱਚ। ਜੇ ਮੈਂ ਇਉਂ ਆਖਾਂ ਕਿ ਫਰਮ ਦੀ ਵੈਰੀ ਬਿਗਨਿੰਗ 11.5 ਸਾਲ ਦੀ ਉਮਰ ਵਿੱਚ ਹੀ ਮੈਂ ਇਸ ਖੇਤਰ ਦੇ ਵਿੱਚ, ਪ੍ਰਚਾਰ ਖੇਤਰ ਦੇ ਵਿੱਚ ਮੈਂ ਆ ਗਿਆ। ਉਦੋਂ ਤੋਂ ਲੈ ਕੇ ਹੁਣ ਤੱਕ ਇਵੇਂ ਚੱਲ ਰਹੇ ਹਾਂ। ਜਿਵੇਂ ਕਿ ਤੁਸੀਂ ਦੱਸਿਆ ਕਿ ਤੁਹਾਡੀ ਜਿਹੜੀ ਸੇਵਾ ਸੀ ਉਹ ਯੂਕੇ ਦੇ ਵਿੱਚ ਪ੍ਰਚਾਰ ਦੀ ਲੱਗੀ ਸੀ। ਉਸ ਵੇਲੇ ਜਦੋਂ 1981 ਦਾ ਸਮਾਂ ਤੁਸੀਂ ਦੱਸਿਆ, ਉਸ ਵੇਲੇ ਪੰਜਾਬ ਦਾ ਮਾਹੌਲ ਵੀ ਥੋੜ੍ਹਾ ਜਿਹੜਾ ਸੀਗਾ ਉਹ ਕਿਸ ਤਰੀਕੇ ਦਾ ਸੀ, ਅਤੇ ਤੁਹਾਨੂੰ ਇੱਥੋਂ ਬਾਹਰ ਨਿਕਲਣ ਦੇ ਵਿੱਚ ਕੀ ਲੱਗਿਆ ਕਿ ਪੰਜਾਬ ਨੂੰ ਉਸ ਵੇਲੇ ਛੱਡ ਕੇ ਜਾਣਾ ਚਾਹੀਦਾ ਜਾਂ ਨਹੀਂ? ਨਹੀਂ, ਪੰਜਾਬ ਛੱਡ ਕੇ ਜਾਣ ਵਾਲੀ ਤਾਂ ਕੋਈ ਰੁਚੀ, ਕੋਈ ਬਿਰਤੀ ਹੈ ਹੀ ਨਹੀਂ ਸੀ। ਇਸ ਤਰ੍ਹਾਂ ਨਹੀਂ ਸੀ ਕੁਝ ਵੀ। ਦੋ ਗੱਲਾਂ ਸਨ ਜੀ। ਇੱਕ ਤਾਂ ਮੈਂ 6 ਕੁ ਮਹੀਨੇ ਵਾਸਤੇ ਬਾਹਰ ਜਾ ਕੇ ਅਤੇ ਬਾਹਰਲੇ ਸਿੱਖਾਂ ਦਾ ਰਹਿਣ ਬਹਿਣ ਮੈਂ ਜਾਣਨਾ ਚਾਹੁੰਦਾ ਸਾਂ, ਮਾਹੌਲ ਕੀ ਹੈ। ਜਥੇਦਾਰ ਸਾਹਿਬ ਕੁਛ ਹੋਰ ਫਰਦਰ ਵਿਸ਼ੇਸ਼ ਸੇਵਾਵਾਂ ਲੈਣੀਆਂ ਚਾਹੁੰਦੇ ਸਨ, ਤਾਂ ਮੈਂ ਉਹਨਾਂ ਨੂੰ ਬੇਨਤੀ ਕੀਤੀ ਵੀ ਮੈਨੂੰ ਇੱਕ ਵਾਰ ਬਾਹਰ ਚੱਕਰ ਲਾ ਆਉਣ ਦਿਓ, ਫਿਰ ਮੈਂ ਤੁਹਾਡੇ ਕੋਲ ਆ ਕੇ ਟਿਕਿਆ ਰਹਾਂਗਾ।
ਦੂਸਰੀ ਗੱਲ ਇਹ ਸੀ ਕਿ ਕੁਛ ਮੇਰੀ ਨਾ ਮਾਈਕ ਲੋੜ ਸੀ ਥੋੜ੍ਹੀ ਜਿਹੀ, ਵੀ ਮੇਰੀ ਉਹ ਮਾਈਕ ਲੋੜ ਵੀ 6 ਕੁ ਮਹੀਨੇ ਵਿੱਚ ਪੂਰੀ ਹੋ ਜਾਵੇਗੀ ਅਤੇ ਮੈਂ ਫਿਰ ਵਾਪਸ ਆ ਕੇ ਜਿਵੇਂ ਤੁਸੀਂ ਕਹੋਗੇ ਸੇਵਾ ਕਰਾਂਗੇ। ਮਕਸਦ ਸਿਰਫ ਇੰਨਾ ਕੁ ਸੀ। ਇਸ ਲਈ ਪੰਜਾਬ ਦੀ ਤੋਂ ਦੂਰ ਜਾਣਾ ਜਾਂ ਉਸ ਵੇਲੇ ਦੀ ਅਵਸਥਾ, ਇਹ ਸਾਰਾ ਕੁਛ ਕੋਈ ਗੱਲ ਮੈਟਰ ਹੀ ਨਹੀਂ ਕਰਦੀ ਸੀ, ਨਾ ਕੋਈ ਧਿਆਨ ਵਿੱਚ ਸੀ। ਵਾਪਸ ਪਰਤ ਆਉਣਾ ਸੀ। ਇਹ ਗੱਲ ਅਲੱਗ ਹੈ ਕਿ ਮਤਾ ਕਰੈ ਪੱਛਮ ਕੈ ਤਾਈ ਪੂਰਬ ਹੀ ਲੈ ਜਾਤ। ਬੰਦਾ ਕੁਝ ਹੋਰ ਸੋਚਦਾ ਹੁੰਦਾ ਹੈ, ਕਰਤਾਰ ਕੁਝ ਹੋਰ ਕਰ ਰਿਹਾ ਹੁੰਦਾ ਹੈ, ਬੰਦੇ ਨੂੰ ਪਤਾ ਨਹੀਂ ਹੁੰਦਾ। ਇਸ ਤਰ੍ਹਾਂ ਹੀ ਕੁਝ ਗੱਲ ਹੋਈ ਸਾਰੀ। ਲੇਕਿਨ ਮੈਂ ਜਦੋਂ ਇੱਥੇ ਸਾਂ ਲੁਧਿਆਣੇ, ਤੁਸਾਂ ਨੇ ਸ਼ਾਇਦ ਸੁਣਿਆ ਹੋਵੇ ਸਿੰਘ ਸਭਾ ਸਬਜ਼ੀ ਮੰਡੀ, ਪੁਰਾਣੀ ਸਬਜ਼ੀ ਮੰਡੀ, ਬੜੀ ਤਕੜੀ ਪੰਥਕ ਸਟੇਜ ਸੀ ਆਪਣੀ। ਉੱਥੇ ਮੈਂ ਸੇਵਾ ਕਰ ਰਿਹਾ ਸਾਂ। ਮੇਰੇ ਤੋਂ ਪਹਿਲਾਂ ਇੱਥੇ ਜੰਮੂ ਦੇ ਹੀ ਨਿਵਾਸੀ ਜਿਹੜੇ ਬਾਅਦ ਵਿੱਚ ਦਰਬਾਰ ਸਾਹਿਬ ਵਿੱਚ ਸੇਵਾ ਕਰਦੇ ਰਹੇ ਨੇ, ਸਿੰਘ ਸਾਹਿਬ, ਗਿਆਨੀ ਸਾਹਿਬ ਸਿੰਘ ਜੀ, ਇਹ ਵੀ ਉੱਥੇ ਸੇਵਾ ਕਰਦੇ ਰਹੇ ਸਨ। ਇਹਨਾਂ ਤੋਂ ਬਾਅਦ ਫਿਰ ਮੈਨੂੰ ਉੱਥੇ ਸੇਵਾ ਦਾ ਸੁਭਾਗ ਪ੍ਰਾਪਤ ਹੋਇਆ। ਸੋ ਇਨਵਾਇਰਮੈਂਟ ਸਾਰਾ ਪੰਥਕ ਇਨਵਾਇਰਮੈਂਟ ਸੀ। ਮਾਇਕ ਤੌਰ 'ਤੇ ਵੀ ਕੋਈ ਐਡੀ ਦਿੱਕਤ ਵਾਲੀ ਗੱਲ ਨਹੀਂ ਹੈਗੀ ਸੀ, ਹਰ ਤਰ੍ਹਾਂ ਕਰਕੇ ਚੜ੍ਹਦੀ ਕਲਾ ਸੀ। ਬਸ ਇਹ 2 ਕਾਰਨ ਸਨ ਜਿਹੜੇ ਮੈਂ ਤੁਹਾਡੇ ਨਾਲ ਸ਼ੇਅਰ ਕੀਤੇ ਨੇ। ਮਾਹੌਲ ਠੀਕ ਸੀ ਇੱਥੇ ਵੀ। ਜਦੋਂ ਚੜ੍ਹਦੀ ਕਲਾ ਵਾਲੀ ਗੱਲ ਅਸੀਂ ਕਰਦੇ ਹਾਂ ਤਾਂ ਚੜ੍ਹਦੀ ਕਲਾ ਵਾਲੀ ਗੱਲ ਦਾ ਮਤਲਬ ਚੜ੍ਹਦੀ ਕਲਾ ਹੀ ਸੀ, ਨਥਿੰਗ ਐਲਸ। ਜੱਦੋ ਜਹਿਦ ਤਾਂ ਚੱਲਦੀ ਸੀ, ਉਸ ਵੇਲੇ ਵੀ ਚੱਲਦੀ ਸੀ। 82 ਵਿੱਚ ਫਿਰ ਮੇਰੇ ਜਾਣ ਤੋਂ ਬਾਅਦ ਮੋਰਚਾ, ਧਰਮ ਯੁੱਧ ਮੋਰਚਾ ਸ਼ੁਰੂ ਹੋਇਆ, ਪਰ ਐਸੀ ਕੋਈ ਗੱਲ ਨਹੀਂ ਸੀ। ਤੁਸੀਂ ਕਿੰਨਾ ਕੁ ਸਮਾਂ ਜਿਹੜਾ ਹੈ ਉਹ ਯੂਕੇ ਦੀ ਪ੍ਰਚਾਰ ਫੇਰੀ ਦੇ ਵਿੱਚ ਬਿਤਾਇਆ? ਪ੍ਰਚਾਰ ਲਈ ਜਾਣਾ ਉਸ ਵੇਲੇ ਜਿਹੜਾ ਮੁੱਖ ਸਾਧਨ ਸੀ ਉਹ ਸੀ ਬਤੌਰ ਗ੍ਰੰਥੀ ਜਾਣਾ ਜੀ। ਤਾਂ ਜਿਨ੍ਹਾਂ ਸੱਜਣਾ ਨੇ ਮੈਨੂੰ ਸੱਦਿਆ ਉੱਥੇ ਪਿਆਰ ਦੇ ਨਾਲ, ਉਹਨਾਂ ਨੇ ਮੈਨੂੰ ਬਤੌਰ ਗ੍ਰੰਥੀ ਸੱਦਿਆ ਸੀ। ਅਤੇ ਜਥੇਦਾਰ ਸਾਹਿਬ ਨਾਲ ਜਿਸ ਵੇਲੇ ਮੇਰੀ ਗੱਲ ਹੋਈ ਤਾਂ ਕਹਿਣ ਲੱਗੇ ਕੋਈ ਨਹੀਂ, ਤੁਸੀਂ ਉਵੇਂ ਹੀ ਕਰੋ ਜਿਵੇਂ ਇਹ ਚਾਹੁੰਦੇ ਨੇ, ਜਿਵੇਂ ਇਹਨਾਂ ਦੀ ਲੋੜ ਹੈਗੀ, ਸਥਾਨਕ ਲੋੜ ਹੈ, ਅਤੇ ਅਸੀਂ ਤੁਹਾਨੂੰ ਜਲਦੀ ਸੱਦ ਲਵਾਂਗੇ, ਬੁਲਾ ਲਵਾਂਗੇ। ਲੇਕਿਨ ਹੋਇਆ ਕਿ ਮੈਨੂੰ ਤੋਰ ਕੇ ਜਦੋਂ ਮੈਂ 82 'ਚ ਮੁੜ ਕੇ ਆਇਆ ਅਤੇ ਇਹ ਗੱਲ ਸਾਰੀ ਹੋਈ ਹੈ ਸ਼ੁਰੂ ਵਿੱਚ, ਤਾਂ 82 ਮਾਰਚ ਵਿੱਚ ਉਹ ਆਪ ਚਲਾਣਾ ਕਰ ਗਏ, ਪ੍ਰਲੋਕ ਗਾਉਣ ਕਰ ਗਏ। ਉਹ ਸਾਰਾ ਕੁਝ ਜਿਹੜਾ ਸੀ ਨਾ ਇੱਕ ਪਲਾਨ ਜਿਹਾ ਹੋਇਆ ਹੈ, ਉਹ ਸਭ ਕੁਛ ਬਦਲ ਗਿਆ। ਤਾਂ ਆਉਣ ਵਾਲੇ ਅਗਲੇ ਹੋਰ 12 ਸਾਲ ਤਕਰੀਬਨ ਮੈਂ ਉੱਥੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਸੇਵਾ ਨੇ ਬਤੌਰ ਗ੍ਰੰਥੀ ਕਹਿ ਲਓ, ਹੈਡ ਗ੍ਰੰਥੀ ਕਹਿ ਲਓ, ਕੰਮ ਕਥਾਵਾਚਕ ਅਸੀਂ ਚੱਲਦੇ ਰਹੇ, ਨਿਭਾਉਂਦੇ ਰਹੇ ਹਾਂ। ਉਸ ਤੋਂ ਬਾਅਦ ਫਿਰ ਮੈਂ 93 ਸੈਪਟੰਬਰ 93 ਤੋਂ ਲੈ ਕੇ ਮੈਂ ਸੁਤੰਤਰ ਤੌਰ 'ਤੇ ਮੈਂ ਇਉਂ ਵਿਚਰ ਰਿਹਾ ਹੋਣਾ, ਜਿਸ ਨੂੰ ਅਸੀਂ ਕਥਾਕਾਰ ਕਹਿੰਦੇ ਹਾਂ, ਕਥਾਵਾਚਕ ਕਹਿੰਦੇ ਹਾਂ, ਪ੍ਰਚਾਰਕ ਅਸੀਂ ਕਹਿ ਲੈਂਦੇ ਹਾਂ। ਇਸ ਰੂਪ ਦੇ ਵਿੱਚ ਕੇਵਲ ਯੂਕੇ ਦੀ ਧਰਤੀ ਨਹੀਂ, ਯੂਰਪ ਵਿੱਚ ਅਤੇ ਹੋਰ ਸਾਰੇ ਮੁਲਕਾਂ ਦੇ ਵਿੱਚ ਆਸੇ ਪਾਸੇ, ਹਾਂਜੀ, ਅਮਰੀਕਾ ਕਨੇਡਾ ਤੋਂ ਸ਼ੁਰੂ ਕਰ ਲਈਏ ਅਤੇ ਦੂਜੇ ਪਾਸੇ ਆਸਟ੍ਰੇਲੀਆ, ਨਿਊਜ਼ੀਲੈਂਡ ਤੱਕ ਇਵੇਂ ਚੱਲਦੇ ਚਲੇ ਜਾ ਰਹੇ। ਜਦੋਂ ਤੁਸੀਂ ਇੱਕ ਦਸ਼ਕ ਪੂਰਾ ਬਿਤਾ ਕੇ 10 ਸਾਲ ਤੋਂ ਵੀ ਵੱਧ ਬਾਹਰਲੀਆਂ ਕੰਟਰੀਆਂ 'ਚੋਂ ਬਿਤਾ ਕੇ ਆਪਦੇ ਦੇਸ਼ ਪੰਜਾਬ ਦੇ ਵਿੱਚ ਮੁੜ ਕੇ ਆਏ, ਉਦੋਂ ਜਾਣ ਵੇਲੇ ਦਾ ਅਤੇ ਮੁੜ ਕੇ ਆਉਣ ਵੇਲੇ ਦੇ ਮਾਹੌਲ ਦੇ ਵਿੱਚ ਵੀ ਤਾਂ ਫਰਕ ਹੋਇਆ ਹੋਣਾ? ਜ਼ਰੂਰ ਫਰਕ ਹੋਇਆ। ਜਦੋਂ 81 ਵਿੱਚ ਗਏ ਹਾਂ ਅਤੇ ਉਸ ਤੋਂ ਬਾਅਦ ਧਰਮ ਯੁੱਧ ਮੋਰਚਾ ਸ਼ੁਰੂ ਹੋਇਆ ਜੀ। 84 ਦੇ ਵਿੱਚ ਘੱਲੂਘਾਰਾ ਵਾਪਰਿਆ ਜੀ। ਮੈਂ ਵਿੱਚੋਂ ਆਉਂਦਾ ਰਿਹਾ। 82 ਵਿੱਚ ਮੈਂ ਆਇਆ, ਉਸ ਤੋਂ ਬਾਅਦ ਫਿਰ 83 ਦੇ ਵਿੱਚ ਮੈਂ ਜੁਲਾਈ ਦੇ ਵਿੱਚ ਆਇਆ, ਉਸ ਤੋਂ ਬਾਅਦ 84 ਵਿੱਚ ਇਹ ਸਾਰਾ ਕੁਝ ਹੋਇਆ। ਲੇਕਿਨ 84 ਦੀ ਉਸ ਘਟਨਾ ਨੇ ਨਾ ਸਿੱਖ ਜੀਵਨ 'ਤੇ ਬਹੁਤ ਅਸਰ ਪਾਇਆ ਹੈ, ਵਿਦੇਸ਼ਾਂ ਵਿੱਚ ਵੀ ਅਤੇ ਇੱਥੇ ਵੀ ਅਸਰ ਪਾਇਆ ਹੈ। ਉਹ ਫਰਕ ਤੁਸੀਂ ਵੀ ਮਹਿਸੂਸ ਕਰਦੇ ਹੋ, ਉਹ ਫਰਕ ਮੈਂ ਵੀ ਮਹਿਸੂਸ ਕਰਦਾ। ਫਰਕ ਹੋ ਗਿਆ ਸਾਰਾ। ਜੇ ਅਸੀਂ ਬਾਹਰ ਦੀ ਗੱਲ ਕਰੀਏ ਤਾਂ ਇਉਂ ਸੀ ਕਿ ਜਿਹੜੇ ਬੱਚੇ ਜਾਂ ਜਿਹੜੇ ਸਿਆਣੇ ਪਹਿਲਾਂ ਸਿੱਖੀ ਵਿੱਚ ਪਰਪੱਕ ਨਹੀਂ ਹੈਗੇ ਸਨ ਜੀ, ਫਿਰ ਉਹ ਪਰਪੱਕ ਹੋਣ ਵਾਲੇ ਪਾਸੇ ਤੁਰ ਪਏ। ਹਾਂਜੀ, ਕੇਸਾਧਾਰੀ ਵੀ ਹੋ ਗਏ, ਅੰਮ੍ਰਿਤ ਵੀ ਉਹਨਾਂ ਨੇ ਛਕ ਲਿਆ, ਇਹ ਸਾਰਾ ਮੋੜਾ ਪੈ ਗਿਆ। ਇੱਕ ਪੋਜ਼ੀਟਿਵ ਗੱਲ ਜਿਹੜੀ ਸੀ ਨਾ, ਇਹ ਹੋਰ ਹੋਈ।
ਅਮਰ ਸੰਚਾਰ ਬਹੁਤ ਹੋਏ ਉਹਨਾਂ ਸਮਿਆਂ ਦੇ ਵਿੱਚ। ਤੇ ਇੱਥੋਂ ਵਾਲੀ ਜਿਹੜੀ ਗੱਲ ਹੈਗੀ ਉਹ ਤਾਂ ਸਾਰੀ ਤੁਸੀਂ ਜਾਣਦੇ ਹੀ ਜਾਣਦੇ ਹੋ, ਜੋ ਵੀ ਜਿਵੇਂ ਹੋਈ ਹੈ, ਜੋ ਜਿਵੇਂ ਵੀ ਹੋਈ ਹੈ, ਔਰ ਜੋ ਮਾਹੌਲ ਹੈ। ਤੇ ਜਿਵੇਂ ਤੁਸੀਂ ਯੂਕੇ ਦੀ ਦੌਰੇ ਤੋਂ ਵਾਪਸ ਆਏ, ਉਸ ਦੌਰਾਨ ਤੇ ਅੱਜ ਤੱਕ ਕੁਝ ਤੁਸੀਂ ਲਿਖਤਾਂ ਵੀ ਲਿਖੀਆਂ ਨੇ, ਕੁਝ ਕਿਤਾਬਾਂ ਵੀ ਲਿਖੀਆਂ ਨੇ, ਉਹਨਾਂ ਦੇ ਬਾਰੇ ਥੋੜ੍ਹਾ ਚਾਨਣਾ ਪਾ ਦਿਓ। ਸਤਿਗੁਰਾਂ ਨੇ ਕਿਰਪਾ ਕੀਤੀ ਤਾਂ ਮੇਰੀ ਸੋਚ ਸੀ ਕਿ ਕੁਛ ਮੈਂ ਆਪਣੇ ਵੱਲੋਂ ਪੰਥਕ ਤੌਰ 'ਤੇ ਕਰਾਂ ਤਾਂ ਕੀ ਕਰਾਂ। 84 ਤੋਂ ਬਾਅਦ ਨਾ ਜਿਹੜਾ ਕੁਛ ਜੋ ਦੌਰ ਚੱਲਿਆ ਉਸ ਦੇ ਨਾਲ ਤੀਬਰਤਾ ਵਧੀ ਸਾਡੇ ਵਿੱਚ, ਜੋਸ਼ ਵਿੱਚ ਉਭਾਰ ਆਇਆ। ਲੇਕਿਨ ਨਾ ਉਹ ਜਦੋਂ ਜੋਸ਼ ਦੀ ਵਰਤੋਂ ਬਹੁਤ ਹੁੰਦੀ ਹੈ ਤੇ ਫਿਰ ਬਿਖਰਾਅ ਵਾਲੇ ਪਾਸੇ ਵੀ ਅਸੀਂ ਹੁੰਦੇ ਹਾਂ। ਮੈਂ ਇਸ ਗੱਲ ਨੂੰ ਮਹਿਸੂਸ ਕਰਦਾ ਸਾਂ ਕਿ ਇਸ ਬਿਖਰਾਅ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ, ਤੇ ਰੋਕਣ ਵਾਲੀ ਇੱਕ ਹੀ ਸ਼ਕਤੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ, ਜੋ ਸਾਡੀ ਪੰਥ ਪ੍ਰਵਾਨਿਤ ਮਰਿਆਦਾ ਹੈ। ਉਹ ਰਹਿਤ ਮਰਿਆਦਾ ਦੇ ਮੇਰਾ ਜੋ ਯਤਨ ਸੀ ਵੀ ਉਸ ਨੂੰ ਰਿਕਾਰਡ ਕਰਕੇ ਬੋਲ ਕੇ ਹਾਂਜੀ ਤੇ ਸੰਗਤ ਵਿੱਚ ਵਰਤਾਈਏ, ਤਾਂ ਕਿ ਹਰ ਮਨੁੱਖ ਜਿਹੜਾ ਸਿੱਖ ਜਿਹੜਾ ਜਾਣੇ ਗੁਰੂ ਖਾਲਸਾ ਮਾਨੀਓ ਪ੍ਰਗਟ ਗੁਰਾਂ ਕੀ ਦੇ। ਇਸ ਪ੍ਰਕਾਰ ਦੇ ਨਾ 1999 ਦੇ ਵਿੱਚ ਕੇਸਗੜ੍ਹ ਸਾਹਿਬ ਆਪਾਂ ਸੰਗਤ ਨੂੰ ਵਰਤਾਈਆਂ, ਰਿਲੀਜ਼ ਕੀਤੀਆਂ ਸਾਰਾ ਕੁਛ ਕਸੈਟਸ। ਉਸ ਤੋਂ ਬਾਅਦ ਸਿੱਖ ਰਹਿਤ ਮਰਿਆਦਾ ਤੇ ਫਿਰ ਕਮੈਂਟਰੀ ਜਿਹਨੂੰ ਕਿਹਾ ਜਾਂਦਾ ਹੈ ਅੰਗਰੇਜ਼ੀ ਵਿੱਚ ਹੈ ਵਿਚਾਰ, ਬਈ ਇਹ ਬਚਨ ਜਿਹੜਾ ਗੁਰੂ ਖਾਲਸਾ ਜੀ ਨੇ ਕੀਤਾ, ਕਿਉਂ ਕੀਤਾ, ਕੀ ਕਰਨਾ ਚਾਹੀਦਾ ਹੈ, ਕੀ ਨਹੀਂ ਕਰਨਾ ਚਾਹੀਦਾ, ਕੀ ਗੁਰਮਤਿ ਅਨੁਸਾਰ ਹੈ, ਕੀ ਗੁਰਮਤਿ ਅਨੁਸਾਰ ਨਹੀਂ ਹੈ, ਕੀ ਪੰਥਕ ਜਥੇਬੰਦੀ ਵਾਸਤੇ ਕਰਨਾ ਜ਼ਰੂਰੀ ਹੈ, ਕਿਹੜੀ ਗੱਲ ਵੀ ਵਰਜਤ ਹੈ। ਇਹ ਸਾਰੇ ਪੱਖ ਜਿਹੜੇ ਸਨ ਇਹ ਸ਼ਾਰਟਲੀ ਸੰਖੇਪਤਾ ਨਾਲ ਪਰ ਡੂੰਘਾਈ ਨਾਲ ਵਿਚਾਰ ਕੇ ਤੇ ਇਹ ਸਾਰਾ ਕੁਝ ਲਿਖਤ ਵਿੱਚ ਆਇਆ। ਉਸ ਪੁਸਤਕ ਦਾ ਨਾਮ ਹੋਇਆ ਦਰਪਣ ਸਿੱਖ ਰਹਿਤ ਮਰਿਆਦਾ। ਦਰਪਣ ਸਿੱਖ ਰਹਿਤ ਮਰਿਆਦਾ। तो ਦਰਸ਼ਕਾਂ ਨੂੰ ਵੀ ਦੱਸ ਦਈਏ ਕਿ ਇਹਨਾਂ ਦੀ ਜੋ ਲਿਖੀ ਹੋਈ ਪੁਸਤਕ ਹੈ ਦਰਪਣ ਸਿੱਖ ਰਹਿਤ ਮਰਿਆਦਾ, ਉਹਨੂੰ ਵੀ ਪੜ੍ਹਨ ਦੀ ਜ਼ਰੂਰ ਖੇਚਲ ਕਰੋ, ਕਿਉਂਕਿ ਉਹ ਆਮ ਮਿਲ ਜਾਏਗੀ ਤੁਹਾਨੂੰ, ਕਮ ਸੇ ਕਮ ਕਿਸੇ ਵੀ ਸਟੋਰ ਦੇ ਵਿੱਚੋਂ ਮਿਲ ਸਕਦੀ ਹੈ। ਇਹਨੂੰ ਤੁਸੀਂ ਜ਼ਰੂਰ ਪੜ੍ਹਨ ਦੀ ਖੇਚਲ ਕਰਨੀ ਜੀ। ਉਹ ਦਰਪਣ ਸਿੱਖ ਰਹਿਤ ਮਰਿਆਦਾ 2005 ਮਾਰਚ ਦੇ ਵਿੱਚ ਅਕਾਲ ਤਖਤ ਸਾਹਿਬ ਤੇ ਰਿਲੀਜ਼ ਕੀਤੀ ਗਈ ਜੀ। ਵਿਦਾਂਤੀ ਜੀ ਹੋਣੀ ਉਸ ਵੇਲੇ ਜਥੇਦਾਰ ਸਨ। ਉਸ ਤੋਂ ਬਾਅਦ ਫਿਰ ਭਾਈ ਨੰਦ ਲਾਲ ਦੀ ਦ੍ਰਿਸ਼ਟੀ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਅਨੁਮਾਨ ਹੇਠ ਸਿਰਲੇਖ ਹੇਠ ਇਹ ਪੁਸਤਕ ਲਿਖੀ ਗਈ। ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਉਹਦਾ ਨਾਮ ਸੀ ਬਾਦਸ਼ਾਹ ਦਰਵੇਸ਼। ਇਹ ਦੂਜੀ ਪੁਸਤਕ ਸੀ। ਇਹ ਕਰਦਿਆਂ ਹੋਇਆਂ ਫਿਰ ਸਿੱਖ ਸੰਗਤਾਂ ਵਿੱਚ ਨਾ ਖਾਸ ਤੌਰ 'ਤੇ ਅਮਰੀਕਾ ਤੋਂ ਇਹ ਬੜੀ ਡਿਮਾਂਡ ਆਈ ਕਿ ਜਿਹੜੀ ਤੁਸਾਂ ਨੇ ਦਰਪਣ ਸਿੱਖ ਰਹਿਤ ਮਰਿਆਦਾ ਪੁਸਤਕ ਲਿਖੀ ਉਹ ਪੰਜਾਬੀ 'ਚ ਲਿਖੀ ਹੈ ਹਾਂਜੀ, ਗੁਰਮੁਖੀ ਸਕ੍ਰਿਪਟ ਹੈ ਜਿਸ ਦੀ, ਤੁਸੀਂ ਅੰਗਰੇਜ਼ੀ ਵਿੱਚ ਲਿਖਾਓ ਜਿਵੇਂ ਵੀ ਹੁੰਦਾ ਹੈ, ਤਾਂ ਕਿ ਸਾਨੂੰ ਨਾ ਜਿਹੜੇ ਨਨ ਪੰਜਾਬੀ ਸਪੀਕਰ ਨੇ ਉਹਨਾਂ ਵਾਸਤੇ। ਤਾਂ ਫਿਰ ਅੰਗਰੇਜ਼ੀ ਦੇ ਵਿੱਚ ਪੁਸਤਕ ਇਹ ਤਿਆਰ ਹੋਈ। ਉਸ ਦਾ ਨਾਮ ਸੀ ਇੰਟਰੋਡਕਸ਼ਨ ਆਫ ਸਿੱਖ ਰਹਿਤ ਮਰਿਆਦਾ, ਉਹ ਇੰਗਲਿਸ਼ ਵਿੱਚ ਹੋਈ। ਚੌਥੀ ਫਿਰ ਦਰਪਣ ਜ਼ਫਰਨਾਮਾ। ਜ਼ਫਰਨਾਮਾ ਇੱਕ ਲੈਟਰ ਹੈ ਜਿਹੜਾ ਦਸਮ ਪਾਤਸ਼ਾਹ ਮਹਾਰਾਜ ਦੇ ਵੱਲੋਂ ਬਾਦਸ਼ਾਹ ਔਰੰਗਜ਼ੇਬ ਦੇ ਪ੍ਰਤੀ ਹਾਂਜੀ ਦੀਨਾ ਕਾਂਗੜ ਤੋਂ ਦਿਆਲਪੁਰੇ ਤੋਂ ਲਿਖਿਆ ਗਿਆ ਸੀ। ਲੇਕਿਨ ਉਸ ਦੇ ਜਿਹੜੀ ਇਤਿਹਾਸਕ ਬੈਕਗਰਾਊਂਡ ਸੀ, ਉਸ ਦੀ ਵਿਚਾਰ ਵਿਆਖਿਆ ਸੀ, ਉਹ ਟ੍ਰਾਈਲਿੰਗੁਅਲ ਕੀਤੀ ਗਈ। ਬਾਦਸ਼ਾਹ ਦਰਵੇਸ਼ ਦੀ ਐਵੇਂ ਕੀਤੀ ਗਈ, ਇਹਦੀ ਵੀ ਐਵੇਂ ਕੀਤੀ ਗਈ। ਪਹਿਲਾਂ ਫਾਰਸੀ ਵਿੱਚ, ਫਾਰਸੀ ਤੋਂ ਬਾਅਦ ਅੰਗਰੇਜ਼ੀ ਵਿੱਚ, ਅੰਗਰੇਜ਼ੀ ਤੋਂ ਬਾਅਦ ਫਿਰ ਪੰਜਾਬੀ ਵਿੱਚ, ਨਾਲ ਫਿਰ ਫਰਦਰ ਉਸ ਦੀ ਵਿਆਖਿਆ ਕੀਤੀ ਗਈ। ਪੰਜਵੀਂ ਪੁਸਤਕ ਜਿਹੜੀ ਹੈ ਨਾ ਹੁਣ ਪਿਛਲੇ ਸਾਲ ਸਤਿਗੁਰਾਂ ਦੀ ਕਿਰਪਾ ਸਦਕਾ ਰਿਲੀਜ਼ ਹੋਈ ਅਕਾਲ ਤਖਤ ਸਾਹਿਬ ਤੋਂ। ਉਹ ਸੀ ਸਤਿਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀਆਂ ਜਿਹੜੀਆਂ ਯਾਤਰਾਵਾਂ ਸਨ, ਜਿਨ੍ਹਾਂ ਨੂੰ ਟਰੈਵਲਸ ਆਫ ਗੁਰੂ ਨਾਨਕ ਕਿਹਾ ਜਾ ਸਕਦਾ ਹੈ। ਉਸ ਪੁਸਤਕ ਦਾ ਨਾਮ ਰੱਖਿਆ ਗਿਆ ਗੁਰੂ ਨਾਨਕ ਉਦਾਸੀ ਦਰਪਣ। ਸਤਿਗੁਰੂ ਮਹਾਰਾਜ ਕਿੱਥੇ ਗਏ, ਕਿਵੇਂ ਗਏ, ਉਹ ਕਿੰਨੀ ਦੂਰੀ 'ਤੇ ਸੀ A to B, ਕਿਸ ਨੂੰ ਮਿਲੇ, ਕੀ ਬਚਨ ਹੋਇਆ,
ਤੇ ਉਸ ਸਥਾਨ ਦੀ ਮੌਜੂਦਾ ਕੀ ਹਾਲਤ ਹੈ, ਕੀ ਅਵਸਥਾ ਹੈ। ਇਹ ਗੱਲਾਂ ਜਿਹੜੀਆਂ ਸਾਰੀਆਂ ਸਨ ਇਹ ਲਿਖਤ ਰੂਪ ਵਿੱਚ ਲਿਆਉਣ ਦਾ ਯਤਨ ਕੀਤਾ। ਤਾਂ ਉਹ ਜਿਹੜੀ ਪੁਸਤਕ ਸੀ ਉਸ ਦਾ ਨਾਮ ਹੋਇਆ ਗੁਰੂ ਨਾਨਕ ਉਦਾਸੀ ਦਰਪਣ। ਜਿਵੇਂ ਕਿ ਤੁਸੀਂ ਇਹ ਪੁਸਤਕ ਲਿਖੀ ਗੁਰੂ ਨਾਨਕ ਉਦਾਸੀ ਦਰਪਣ, ਤੇ ਇਹਦੇ ਵਿੱਚ ਤੁਸੀਂ ਹਿਸਟੋਰੀਕਲ ਪਲੇਸਿਸ ਜਿੰਨੀਆਂ ਵੀ ਹੈਗੀਆਂ ਜਿੱਥੇ ਜਿੱਥੇ ਗੁਰੂ ਪਾਤਸ਼ਾਹ ਗਏ ਨੇ ਉਹਨਾਂ ਦੇ ਬਾਰੇ 'ਚ ਪੂਰਾ ਵੇਰਵਾ ਦਿੱਤਾ ਹੋਇਆ ਹੈ। ਪਰ ਤੁਹਾਨੂੰ ਲੱਗਦਾ ਹੈ ਕਿ ਕਿਤੇ ਅੱਜ ਦੇ ਸਮੇਂ ਦੇ ਵਿੱਚ ਅਸੀਂ ਭਾਰਤ ਦੇਸ਼ ਦੀ ਗੱਲ ਕਰ ਲਈਏ, ਬਾਹਰਲਿਆਂ ਨੂੰ ਤਾਂ ਫਿਲਹਾਲ ਛੱਡੀਏ, ਇੱਥੇ ਜਿਹੜੇ ਸਾਡੇ ਹਿਸਟੋਰੀਕਲ ਮੋਨੂਮੈਂਟਸ ਨੇ ਜਾਂ ਹਿਸਟੋਰੀਕਲ ਪਲੇਸਿਸ ਨੇ ਉਹ ਅਲੋਪ ਕਰਕੇ ਸੰਗਮਰਮਰ ਦੇ ਵੱਡੀਆਂ ਬਿਲਡਿੰਗਾਂ ਨਹੀਂ ਉਸਾਰੀਆਂ ਜਾ ਰਹੀਆਂ, ਉਹਦੇ ਨਾਲ ਜਿਹੜਾ ਇਤਿਹਾਸ ਨੂੰ ਵੀ ਕਿਤੇ ਨਾ ਕਿਤੇ ਢਾਹ ਨਹੀਂ ਲੱਗ ਰਹੀ। ਇਹ ਕੋਈ ਵਰਤਾਰਾ ਆਮ ਨਹੀਂ ਹੈਗਾ ਜੀ। ਮੈਂ ਨਾ ਜੇ ਇਉਂ ਕਹਾਂ ਕਿ ਢਾਹ ਕੇ ਤੇ ਮਿਟਾਉਣ ਦਾ ਯਤਨ ਕੀਤਾ ਜਾ ਰਿਹਾ ਹੈ, ਐਸਾ ਨਹੀਂ ਕੁਝ ਵੀ ਹੈਗਾ। ਕੋਈ ਵੀ ਪੰਥ ਦੁਖੀ ਨਹੀਂ, ਪੰਥ ਵਿਰੋਧੀ ਨਹੀਂ, ਨਾ ਕੋਈ ਐਡਾ ਅਗਿਆਨੀ ਹੈਗਾ ਹੈ। ਹਾਂ, ਕਿਸੇ ਥਾਂ ਤੇ ਐਸੇ ਕੁਝ ਝਲਕਾਰੇ ਜਿਹੇ ਆਏ, ਠੀਕ ਹੈ, ਕਿਸੇ ਥਾਂ ਤੇ ਕਿ ਉਸ ਸਮੇਂ ਜਿਸ ਵੇਲੇ ਉਹ ਆਰੰਭ ਦੇ ਵਿੱਚ ਇਮਾਰਤ ਬਣਾਈ ਗਈ ਤੇ ਛੋਟੀ ਜਿਹੀ ਇਮਾਰਤ ਸੀ, ਫਿਰ ਲੰਬਾ ਸਮਾਂ ਵੀ ਬੀਤ ਗਿਆ, ਸਮੇਂ ਦੇ ਨਾਲ ਜਾਂ ਮੌਸਮ ਦੇ ਅਨੁਸਾਰ ਨਵੀਂ ਇਮਾਰਤ ਬਣਾਉਣ ਦੀ ਲੋੜ ਹੋਈ ਤੇ ਉਸ ਦੀ ਥਾਂ ਤੇ ਨਵੀਂ ਇਮਾਰਤ ਬਣਾ ਲਈ ਗਈ। ਕਈ ਵਾਰੀ ਨਾ ਮੈਂ ਉਹ ਮਹਿਸੂਸ ਕਰਦਾ, ਮੈਨੂੰ ਖਿਮਾ ਕਰਿਓ ਜੇ ਤੁਸੀਂ ਜਿਸ ਗੱਲ ਨੂੰ ਤੁਸੀਂ ਨੇ ਟੱਚ ਕੀਤਾ ਹੈ ਜੀ। ਸਾਡੇ ਵਿੱਚ ਨਾ ਸੋਸ਼ਲ ਮੀਡੀਆ ਆਉਣ ਕਰਕੇ ਨੁਕਤਾਚੀਨੀ ਕਰਨ ਦਾ ਰੁਝਾਨ ਵਧੇਰੇ ਹੋ ਗਿਆ ਹੈ। ਮੈਂ ਇਉਂ ਮਹਿਸੂਸ ਕਰਦਾ ਫਿਰ ਜਿੰਦਾ ਜੋ ਦਿਲ ਕਰਦਾ ਬੋਲੀ ਜਾਓ, ਕੋਈ ਲਗਾਮ ਨਹੀਂ ਪਾਈ ਜਾ ਸਕਦੀ, ਕੋਈ ਰੋਕਿਆ ਨਹੀਂ ਜਾ ਸਕਦਾ। ਅਣਸੁਖਾਵੀਂ ਗੱਲ ਕਿਤੇ ਕਿਤੇ ਹੋਈ ਹੈ ਜਿਹੜੀ ਨਹੀਂ ਹੋਣੀ ਚਾਹੀਦੀ ਸੀ। ਬਿਲਕੁਲ ਐਂ ਆਪਾਂ ਕਹਿ ਲਈ, ਮੰਨ ਲਈਏ ਆਪਾਂ, ਨਹੀਂ ਹੋਣੀ ਚਾਹੀਦੀ ਸੀ। ਸਿੱਖ ਸੈਂਟੀਮੈਂਟਸ ਨੇ ਜਿਹੜੇ ਭਾਵਨਾਵਾਂ ਨੇ ਉਹਨਾਂ ਦਾ ਧਿਆਨ ਰੱਖਣਾ ਚਾਹੀਦਾ। ਜੇ ਸਿੱਖ ਚਾਹੁੰਦੇ ਨੇ ਇਸ ਨੂੰ ਐਵੇਂ ਐਜ਼ ਇਟ ਇਜ਼ ਸਾਂਭ ਲਿਆ ਜਾਵੇ, ਐਵੇਂ ਸਾਂਭ ਲਓ। ਪਰ ਅਸੀਂ ਇਸ ਪ੍ਰਕਾਰ ਦੇ ਇੱਟਾਂ ਦੇ ਪੁਜਾਰੀ ਨਹੀਂ ਆ। ਮਗਰ ਬਹੁਤ ਸਾਰੀਆਂ ਐਸੀਆਂ ਜਿਹੜੀਆਂ ਇਤਿਹਾਸਕ ਜਗ੍ਹਾ ਨੇ, ਜਿਵੇਂ ਕਿ ਮੋਰਿੰਡੇ ਦੀ ਜੇਲ੍ਹ ਹੋ ਗਈ ਜਾਂ ਹੋਰ ਵੀ ਇਸ ਤਰ੍ਹਾਂ ਦੇ ਬਹੁਤ ਸਾਰੇ ਇਤਿਹਾਸਕ ਸਥਾਨ ਨੇ, ਉਹਨਾਂ ਨੂੰ ਵੀ ਤਾਂ ਸਾਂਭਿਆ ਗਿਆ। ਉੱਥੇ ਵੀ ਵੱਡੀਆਂ ਬਿਲਡਿੰਗਾਂ ਬਣੀਆਂ ਹੋਈਆਂ ਨੇ। ਇਸੇ ਤਰੀਕੇ ਦੇ ਨਾਲ ਹੋਰ ਵੀ ਬਣ ਸਕਦੀਆਂ ਸੀਗੀਆਂ। ਆਫ ਕੋਰਸ ਬਣ ਸਕਦੀਆਂ ਸਨ। ਤੁਸੀਂ ਮੈਨੂੰ ਨਾਂ ਲਵੋ, ਖੁੱਲ੍ਹ ਕੇ ਬਚਨ ਕਰੋ, ਮੈਨੂੰ ਨਾਂ ਲਵੋ ਜਿਸ ਸਥਾਨ ਦੇ ਬਾਰੇ ਤੁਹਾਨੂੰ ਗਿਲਾ ਹੈ। ਮੈਂ ਉਸ ਬਾਰੇ ਸਥਾਨ ਦੇ ਬਾਰੇ 'ਚ ਗਿਲਾ, ਜਿਵੇਂ ਕਿ ਬਹੁਤ ਸਾਰੇ ਸਥਾਨ ਨੇ, ਹੁਣ ਗਿਣਨ ਨੂੰ ਜਾਈਏ ਤਾਂ ਉਂਗਲਾਂ ਤੇ ਨਹੀਂ, ਇਹ ਬਹੁਤ ਸਾਰੇ ਨੇ। ਪਰ ਫਿਰ ਵੀ ਆਪਾਂ ਇਹ ਦੇਖੀਏ ਕਿ ਆਪਾਂ ਆਪਣੇ ਬੱਚਿਆਂ ਨੂੰ ਕੀ ਦਿਖਾਉਣਾ। ਜਿਵੇਂ ਠੰਡਾ ਬੁਰਜ ਹੈ, ਅੱਜ ਤੋਂ ਜੇ ਕਿਤੇ 25-30 ਸਾਲ ਪਹਿਲਾਂ ਚਲੇ ਜਾਓ ਤੇ ਠੰਡੇ ਬੁਰਜ ਦੀ ਜਿਹੜੀ ਦਿਖਾਵਟ ਸੀ ਉਹ ਵਾਕਈ ਉਸ ਵੇਲੇ ਦੇ ਠੰਡੇ ਬੁਰਜ ਵਰਗੀ ਸੀ, ਪਰ ਅੱਜ ਕੁਝ ਹੋਰ ਹੋ ਗਈ ਹੈ। ਇਵੇਂ ਸਮਝਿਆ ਜਾਂਦਾ ਹੈ, ਪ੍ਰਚਾਰਿਆ ਜਾਂਦਾ ਹੈ। ਖਾਸ ਤੌਰ 'ਤੇ ਮੌਜੂਦਾ ਜੋ ਵੀ ਲੋਕ ਸੱਤਾ ਵਿੱਚ ਨੇ ਉਹਨਾਂ ਦਾ ਵਿਰੋਧ ਕਰਦਿਆਂ ਹੋਇਆ, ਭਾਵੇਂ ਉਹ ਅਕਾਲੀ ਦਲ 'ਚ ਨੇ, ਭਾਵੇਂ ਉਹ ਸ਼੍ਰੋਮਣੀ ਕਮੇਟੀ 'ਚ ਨੇ, ਭਾਵੇਂ ਉਹ ਕਿਸੇ ਥਾਂ 'ਤੇ ਨੇ, ਵੀ ਉਹਨਾਂ ਨੂੰ ਚੋਟ ਕਿਵੇਂ ਪਹੁੰਚਾਈ ਜਾ ਸਕਦੀ ਹੈ। ਠੀਕ ਹੈ, ਕੁਝ ਲੋਕ ਚਮਕੌਰ ਦਾ ਵੀ ਨਾਂ ਲੈਂਦੇ ਨੇ, ਚਮਕੌਰ ਸਾਹਿਬ ਦਾ, ਠੀਕ ਹੈ ਨਾ। ਜੇ ਇਹ ਜ਼ਿਕਰ ਕਰਨ ਵਾਲਿਆਂ ਨੂੰ ਸਵਾਲ ਕੀਤਾ ਜਾਵੇ ਕਿ ਜਿਸ ਇਮਾਰਤ ਦਾ ਤੁਸੀਂ ਜ਼ਿਕਰ ਕਰਦੇ ਹੋ, ਇਹ ਇਮਾਰਤ ਕਦੋਂ ਬਣੀ ਸੀ? ਕਿ ਉਹੀ ਚਮਕੌਰ ਦੀ ਗੜੀ ਹੈ ਜਿਸ ਵਿੱਚ 40 ਸਿੰਘਾਂ ਨੇ ਸ਼ਹਾਦਤਾਂ ਦਿੱਤੀਆਂ ਸਨ, ਕਿ ਕੁਛ ਹੋਰ ਬਣਿਆ ਹੋਇਆ ਸੀ? ਜਿਸ ਆਪਣੇ ਠੰਡੇ ਬੁਰਜ ਦੀ ਗੱਲ ਕਰਦੇ ਹੋ, ਕਿ ਉਹੀ ਠੰਡਾ ਬੁਰਜ ਸੀ ਜਿਸ ਦੇ ਵਿੱਚ ਮਾਤਾ ਗੁਜਰੀ ਜੀ, ਸਤਿਕਾਰਯੋਗ ਜੀ ਤੇ ਸਾਹਿਬਜ਼ਾਦੇ ਰਹੇ ਸਨ, ਕਿ ਉਸ ਤੋਂ ਬਾਅਦ ਢਾਹ ਭੰਨ ਹੋ ਕੇ ਕੁਛ ਦਾ ਕੁਛ ਹੋਰ ਬਣਿਆ ਹੋਇਆ ਸੀ? ਜੇ ਸਮੇਂ ਅਨੁਸਾਰ ਉਸ ਨੂੰ ਸਵਾਰਨ ਦਾ ਕੁਝ ਯਤਨ ਕੀਤਾ ਗਿਆ ਜਾਂ ਕਰਨ ਦਾ ਕੁਛ ਇਸ ਤਰ੍ਹਾਂ ਯਤਨ ਕਰਨਾ ਚਾਹਿਆ, ਤੇ ਸਾਡੇ ਸੈਂਟੀਮੈਂਟਸ ਜੁੜੇ ਹੋਏ ਸਨ, ਠੀਕ ਹੈ। ਮੈਂ ਸਮਝਦਾ ਜੇ ਤਾਂ ਉਹ ਵਾਕਈ ਉਹ ਇਮਾਰਤਾਂ ਹੋਣ ਤਾਂ ਸੰਭਾਲ ਲਿਆ ਜਾਵੇ। ਇਸ ਲਈ ਮੈਂ ਇਹ ਕਹਿਣ ਲੱਗਾ, ਤੁਹਾਡੀ ਫਿਕਰਮੰਦੀ ਨਾਲ ਤਾਂ ਮੈਂ ਸਹਿਮਤ ਹਾਂ ਜੀ।
ਫਿਕਰਮੰਦੀ ਨਾਲ ਮੈਂ ਸਹਿਮਤ ਹਾਂ, ਪਰ ਸਾਨੂੰ ਇਹ ਵੀ ਗੱਲ ਧਿਆਨ ਰੱਖ ਲੈਣੀ ਚਾਹੀਦੀ ਹੈ ਕਿ ਅਸੀਂ ਸ਼ਬਦ ਦੇ ਪੁਜਾਰੀ ਹਾਂ, ਅਸੀਂ ਇੱਟਾਂ ਦੇ ਪੁਜਾਰੀ ਨਹੀਂ ਹਾਂ। ਮੈਂ ਕੀ ਆਖਿਆ? ਸ਼ਬਦ ਦੇ ਪੁਜਾਰੀ ਹਾਂ ਅਸੀਂ, ਇੱਟਾਂ ਦੇ ਪੁਜਾਰੀ ਨਹੀਂ ਹਾਂ। ਇਤਿਹਾਸਕ ਕੋਈ ਮੋਨੂਮੈਂਟ ਹੋਵੇ, ਇਤਿਹਾਸਕ ਕੋਈ ਸਥਾਨ ਹੋਵੇ ਤਾਂ ਉਸ ਨੂੰ ਸੰਭਾਲ ਲੈਣਾ ਚਾਹੀਦਾ ਹੈ, ਸੰਭਾਲ ਲੈਣਾ ਚਾਹੀਦਾ ਹੈ। ਜਿਵੇਂ ਕਿ ਤੁਸੀਂ ਬਾਹਰਲੇ ਦੇਸ਼ਾਂ ਚੋਂ ਇੱਧਰ ਨੂੰ ਆਏ ਵਾਪਸ ਮੁੜ ਕੇ, ਤੇ ਸੁਣਨ ਚ ਆਇਆ ਕਿ ਕੁਝ ਅਜਾਇਬ ਘਰ ਦੇ ਵਿੱਚ ਵੀ ਕੁਝ ਤਸਵੀਰਾਂ ਦੇ ਲਈ ਤੁਸੀਂ ਪ੍ਰਪੋਜ਼ ਕੀਤਾ ਵਾ। ਹਾਂ, ਮੈਂ ਨਾ 2 ਸਾਲ ਪਹਿਲਾਂ ਪ੍ਰਧਾਨ ਸਾਹਿਬ ਨਾਲ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਮੈਂ ਵਿਚਾਰ ਕੀਤੀ ਸੀ ਕਿ ਜਿਹੜੇ ਸਾਡੇ ਸੱਜਣ ਤਕਰੀਬਨ 70 ਵਰ੍ਹੇ ਪਹਿਲਾਂ, 100 ਵਰ੍ਹਾ ਪਹਿਲਾਂ, 100 ਸਾਲ ਪਹਿਲਾਂ ਬਾਹਰਲੇ ਮੁਲਕਾਂ 'ਚ ਗਏ ਨੇ, ਅਮਰੀਕਾ ਵਿੱਚ ਵੀ ਗਏ ਨੇ, ਉਹ ਕੈਨੇਡਾ ਵਿੱਚ ਵੀ ਗਏ ਨੇ, ਆਸਟ੍ਰੇਲੀਆ ਵਿੱਚ ਵੀ ਗਏ ਨੇ, UK ਵਿੱਚ ਗਏ, ਬਾਅਦ ਵਿੱਚ ਨਾ ਤੇਜ਼ੀ ਨਾਲ ਵਸੋਂ ਪਹਿਲਾਂ UK ਦੀ ਵਧੀ ਹੈ, ਜਿਸ ਨੂੰ ਇੰਗਲੈਂਡ ਜਾਂ ਬ੍ਰਿਟਨ ਕਹਿ ਲਿਆ ਜਾਂਦਾ ਹੈ। ਤਾਂ ਉਹਨਾਂ ਸਿੰਘਾਂ ਨੇ ਬਾਹਰ ਜਾ ਕੇ ਸਿੱਖੀ ਨੂੰ ਐਸਟੈਬਲਿਸ਼ ਕਰਨ ਦਾ ਜਿਹੜਾ ਯਤਨ ਕੀਤਾ ਨਾ, ਸਿੱਖੀ ਨੂੰ ਜੀ, ਜਿਸ ਦੀ ਬਦੌਲਤ ਹੁਣ ਅੱਜ ਸਾਨੂੰ ਮਾਣ ਮਿਲ ਰਿਹਾ ਨੇ, ਹੈ ਨਾ। ਆਫਟਰ ਆਲ ਐਸਟੈਬਲਿਸ਼ ਕੀਤਾ ਨਾ ਕਿਸੇ ਨੇ, ਸਿੱਖੀ ਦੇਖਣ ਨੂੰ, ਸਿੱਖੀ ਭਾਵਨਾ ਨੂੰ, ਸਿੱਖੀ ਸੋਚ ਨੂੰ ਕੀਤਾ ਹੈ। ਤਾਂ ਜਿਨ੍ਹਾਂ ਲੋਕਾਂ ਨੇ ਐਸਟੈਬਲਿਸ਼ ਕਰਨ ਦਾ ਯਤਨ ਕੀਤਾ ਹੈ, ਆਪਣੇ ਵੱਲੋਂ ਐਫਰਟਸ ਇਨਪੁੱਟ ਕੀਤੀਆਂ ਨੇ, ਸਾਨੂੰ ਚਾਹੀਦਾ ਹੈ ਕਿ ਉਹਨਾਂ ਵਿਅਕਤੀ, ਭਾਵੇਂ ਵਿਚਾਰੇ ਉਹ ਬੀਤ ਚੁੱਕੇ ਨੇ, ਅਸੀਂ ਜੇ ਉਹਨਾਂ ਦੇ ਚਿੱਤਰ ਬਣਾ ਕੇ ਤੇ ਆਪਣੇ ਇੱਥੇ ਅਜਾਇਬ ਘਰ ਵਿੱਚ ਬਣਾਈਏ, ਇੱਕ ਤਾਂ ਨਾ ਉਹਨਾਂ ਦੀ ਮਾਨਸਿਕ ਤੌਰ ਤੇ ਇਸ ਧਰਤੀ ਨਾਲ ਅਟੈਚਮੈਂਟ ਹੋਵੇਗੀ, ਬਿਲਕੁਲ ਠੀਕ ਹੈ। ਇਸ ਗੱਲ ਦਾ ਪ੍ਰਾਊਡ ਵੀ ਹੋਵੇਗਾ ਕਿ ਸਾਡੇ ਬਜ਼ੁਰਗਾਂ ਨੇ ਜਿਹੜਾ ਕੁਝ ਕੀਤਾ ਸੀ ਨਾ, ਉਸ ਨੂੰ ਕੌਮ ਨੇ, ਪੰਥ ਨੇ ਰੈਕਗਨਾਈਜ਼ ਕੀਤਾ। ਮੁੱਕਦੀ ਗੱਲ, ਉਸ ਭਾਵਨਾ ਨੂੰ ਲੈ ਕੇ ਅਗਾਂਹ ਫਿਰ ਹੋਰ ਉਸ 'ਤੇ ਰਿਸਰਚ ਹੋਈ ਵੀ ਕਿਹੜੇ ਸੱਜਣਾਂ ਦੇ ਨਾਂ ਜਿਹੜੇ ਨੇ ਪ੍ਰਪੋਜ਼ ਕੀਤੇ ਜਾਣ, ਜਿਨ੍ਹਾਂ ਨੇ ਜੋ ਕੀਤਾ ਸੀ। ਤਾਂ ਜਿਨ੍ਹਾਂ ਨੇ ਇੰਗਲੈਂਡ ਦੇ ਵਿੱਚ, UK ਦੇ ਵਿੱਚ ਪੰਜਾਬੀ ਨੂੰ ਬ੍ਰਿਟਿਸ਼ ਸਕੂਲਾਂ ਦੇ ਵਿੱਚ ਸਰਕਾਰੀ ਤੌਰ 'ਤੇ ਪੜ੍ਹਨ ਪੜ੍ਹਾਉਣ ਤੱਕ ਇਸ ਮਿਆਰ 'ਤੇ ਲਿਆਂਦਾ, ਬਿਲਕੁਲ ਉਹਨਾਂ ਨੂੰ, ਜਿਨ੍ਹਾਂ ਨੇ ਸਾਡੇ ਕਕਾਰਾਂ ਦੇ ਵਾਸਤੇ, ਸਿੱਖੀ ਸਰੂਪ ਦੇ ਵਾਸਤੇ ਇਹਨੂੰ ਖੁੱਲ੍ਹ ਮਿਲੇ ਸਾਰੀ ਜਦੋਜਹਿਦ ਕੀਤੀ ਹੈ, ਉਹਨਾਂ ਦੇ ਵਾਸਤੇ। ਔਰ ਜਿਨ੍ਹਾਂ ਨੇ ਧਾਰਮਿਕ ਖੇਤਰ ਦੇ ਵਿੱਚ ਨਿਰੋਲ ਰਹਿ ਕੇ ਬੱਚਿਆਂ ਨੂੰ ਧਰਮ ਦੇ ਨਾਲ ਜੋੜਨ ਦਾ ਯਤਨ ਕੀਤਾ, ਉਹਨਾਂ ਦੇ ਵਾਸਤੇ। ਇਸ ਪ੍ਰਕਾਰ 3 ਸ਼ਖਸੀਅਤਾਂ ਮੇਰੇ ਸਾਹਮਣੇ ਆਈਆਂ ਵੀ ਸਾਨੂੰ ਮੁੱਢਲੇ ਤੌਰ 'ਤੇ ਐਂ ਕਰਕੇ ਤੇ ਕੰਮ ਸ਼ੁਰੂ ਕਰਨਾ ਚਾਹੀਦਾ, ਗੱਲ ਸ਼ੁਰੂ ਕਰਨੀ ਚਾਹੀਦੀ ਹੈ। ਜਿਸ ਲਈ ਮੈਂ ਪ੍ਰਧਾਨ ਸਾਹਿਬ ਨੂੰ ਪ੍ਰਪੋਜ਼ ਕੀਤਾ ਤੇ ਉਹਨਾਂ ਨੇ ਮੈਨੂੰ ਯੈਸ ਕੀਤੀ। ਤਾਂ ਉਸ ਤੋਂ ਬਾਅਦ ਫਿਰ ਉਹਨਾਂ ਨੇ ਆਪ ਹੀ ਅਗਲੀ ਕਾਰਵਾਈ ਕਰਦਿਆਂ ਹੋਇਆਂ ਚਿੱਤਰ ਤਿਆਰ ਕੀਤੇ ਨੇ, ਅਤੇ ਸਤਿਗੁਰਾਂ ਦੀ ਕਿਰਪਾ ਸਦਕਾ ਹੁਣ ਪਰਸੋਂ 24 ਤਰੀਕ ਨੂੰ ਸਵੇਰੇ 9 ਵਜੇ ਆਪਣੇ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਉਹ ਚਿੱਤਰ ਸੁਸ਼ੋਭਿਤ ਕੀਤੇ ਜਾਣੇ ਨੇ। ਬਹੁਤ ਹੀ ਵੱਡਾ ਉਪਰਾਲਾ ਹੈ ਆਪ ਜੀ ਦਾ। ਜਿੱਥੇ ਤੁਸੀਂ ਗੱਲ ਕੀਤੀ ਕਿ ਜਿਨ੍ਹਾਂ ਨੇ ਬਾਹਰਲੇ ਦੇਸ਼ਾਂ ਦੇ ਵਿੱਚ ਜਾ ਕੇ ਮਾਂ ਬੋਲੀ ਪੰਜਾਬੀ ਦੇ ਲਈ ਇੰਨੀ ਜੱਦੋ ਜਹਿਦ ਕੀਤੀ ਤੇ ਉੱਥੇ ਸਕੂਲਾਂ ਦੇ ਵਿੱਚ ਲਾਗੂ ਕਰਵਾਈ, ਉੱਥੇ ਹੀ ਕਿਤੇ ਨਾ ਕਿਤੇ, ਖਾਸ ਕਰਕੇ ਮੈਂ ਜੰਮੂ ਕਸ਼ਮੀਰ ਦੀ ਗੱਲ ਕਰਾਂਗਾ, ਪਿਛਲੇ ਦਿਨੀ ਇਹਨੂੰ ਰਾਜਸੀ ਭਾਸ਼ਾ ਵਜੋਂ ਇਹ ਜਿਹੜੀ ਚੱਲ ਰਹੀ ਸੀ, ਇਹਨੂੰ ਉਹਦੇ ਵਿੱਚੋਂ ਵੀ ਮੁਕਾ ਕੇ ਸੁੱਟ ਦਿੱਤਾ। ਹੁਣ ਗੱਲ ਆਉਂਦੀ ਹੈ ਕਿ ਇਹਨੂੰ ਆਪਣੇ ਦੇਸ਼ ਦੇ ਵਿੱਚ, ਆਪਣੇ ਪੰਜਾਬ ਜਾਂ ਜੰਮੂ ਕਸ਼ਮੀਰ ਦੇ ਵਿੱਚ ਇਹਨੂੰ ਕਿੱਦਾਂ ਸਾਂਭਿਆ ਜਾਵੇ, ਕਿਉਂਕਿ ਇਸ ਵੇਲੇ ਜਿਹੜੇ ਹਾਲਾਤ ਨੇ ਕੁਝ ਹੋਰ ਹੀ ਚੱਲ ਰਹੇ ਨੇ। ਅੱਜ ਜੰਮੂ ਕਸ਼ਮੀਰ ਦੀ ਗੱਲ ਕਰੀਏ, ਜੰਮੂ ਯੂਨੀਵਰਸਿਟੀ ਦੀ, ਇੱਥੇ ਲੱਭ ਕੇ ਬੱਚੇ ਲਿਆਉਣੇ ਪੈ ਰਹੇ ਹੈ ਕਿ ਆਓ ਪੰਜਾਬੀ ਦੇ ਵਿੱਚ MPhil ਕਰੋ, PhD ਕਰੋ ਜਾਂ ਪੰਜਾਬੀ ਦੀ ਗ੍ਰੈਜੂਏਸ਼ਨ ਕਰੋ। ਉਹਦੇ ਬਾਰੇ ਕੀ ਖਿਆਲ ਹੈ ਕਿ ਅਸੀਂ ਕੀ ਘਾਟ ਰਹਿ ਗਈ ਸਾਡੇ ਵਿੱਚ ਕਿ ਅਸੀਂ ਅੱਜ ਇਹ ਜਿਹੜਾ ਸਮਾਂ ਹੈ ਉਹ ਵੇਖ ਰਹੇ ਹਾਂ? ਸਾਡੇ ਜਿੰਨੇ ਗੁਰਦੁਆਰੇ ਨੇ, ਉਹਨਾਂ ਗੁਰਦੁਆਰਿਆਂ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਦੀਆਂ ਕਲਾਸਾਂ ਲਗਾਈਏ, ਉੱਥੇ ਗੁਰਮਤਿ ਦੀ ਪੜ੍ਹਾਈ ਕਰਾਈਏ, ਫਰਦਰ ਉਸ ਨੂੰ ਗੁਰਬਾਣੀ ਦੀ ਪੜ੍ਹਾਈ ਕਰਾਈਏ ਆਦਿ। ਦੂਜੀ ਗੱਲ ਕਿ ਸਾਡੀ ਅਕਸਰ ਸਿੱਖ ਵਸੋਂ ਜਿਹੜੀ ਹੈ ਨਾ, ਇੱਥੇ ਗੁਰਦੁਆਰਿਆਂ ਵਿੱਚ ਆਉਂਦੀ ਹੈ। ਗੁਰਦੁਆਰਿਆਂ ਵਿੱਚ ਜਾ ਕੇ ਸੰਗਤ ਨੂੰ ਸੁਚੇਤ ਕੀਤਾ ਜਾਵੇ ਕਿ ਤੁਸੀਂ ਆਪਣੇ ਇਸ ਪਾਸੇ ਸਾਵਧਾਨ ਹੋਵੋ। ਪੰਜਾਬੀ ਹੋਰ ਕੋਈ ਪੜ੍ਹੇ ਨਾ ਪੜ੍ਹੇ,
ਉਹਦਾ ਸਰ ਸਕਦਾ ਹੋਏਗਾ, ਪਰ ਸਾਡਾ ਨਹੀਂ ਜੇ ਸਰਨਾ, ਸਾਡਾ ਨਹੀਂ ਜੇ ਸਰਨਾ ਲੈ ਸਕੇਗਾ। ਇਸ ਲਈ ਸਾਨੂੰ ਆਪਣੇ ਬੱਚਿਆਂ ਨੂੰ ਪੰਜਾਬੀ ਨਾਲ ਜੋੜਨ ਦੀ ਲੋੜ ਹੈ। ਔਰ ਸਾਡੇ ਜਿਹੜੇ ਵਾਹਿਗੁਰੂ ਸਾਡੇ ਜਿਹੜੇ ਆਗੂ ਨੇ, ਸਿਆਸੀ ਆਗੂ ਨੇ, ਉਹਨਾਂ ਨੂੰ ਵੀ ਥੋੜ੍ਹੇ ਜਿਹੇ ਨਾ ਸਾਵਧਾਨ ਹੋ ਕੇ ਜੱਦੋ-ਜਹਿਦ ਕਰਨ ਦੀ ਲੋੜ ਹੈ। ਜਦੋਂ ਨਾ ਥੋੜ੍ਹਾ ਜਿਹਾ ਸਾਨੂੰ ਕੁਝ ਆਰਾਮ ਜੀ ਵਾਲੀ ਗੱਲ ਹੋ ਜਾਂਦੀ ਹੈ ਤੇ ਅਸੀਂ ਆਰਾਮ ਤਲਬ ਹੋ ਜਾਂਦੇ ਹਾਂ। ਬਿਲਕੁਲ ਠੀਕ ਹੈ। ਜਿਉਂ ਹੀ ਅਸੀਂ ਆਰਾਮ ਤਲਬ ਹੁੰਦੇ ਹਾਂ, ਅਸੀਂ ਅਵੇਸਲੇ ਹੋ ਜਾਂਦੇ ਹਾਂ ਤੇ ਦਾਅ ਲਾਉਣ ਵਾਲੇ ਜਿਹੜੇ ਨੇ ਨਾ, ਉਹ ਦਾਅ ਲਾਉਣ ਲੱਗ ਪੈਂਦੇ ਨੇ ਵੀ ਯਾਰ ਕਦੀ ਜੰਮੂ ਕਸ਼ਮੀਰ ਪੰਜਾਬ ਦਾ ਹਿੱਸਾ ਹੁੰਦਾ ਸੀ, ਬਿਲਕੁਲ ਇੱਥੇ ਪੰਜਾਬੀ ਕਿਉਂ ਨਹੀਂ ਪੜ੍ਹਾਈ ਜਾਂਦੀ ਸੀ, ਡੋਗਰੀ ਨੂੰ ਪੰਜਾਬੀ ਦਾ ਇੱਕ ਰੂਪ ਕਿਹਾ ਜਾਂਦਾ ਸੀ, ਹੁਣ ਪੰਜਾਬੀ ਬੰਦ ਕਰ ਦਿੱਤੀ। ਔਰ ਕਰਨ ਵਾਲਿਆਂ ਨੇ ਤੁਹਾਨੂੰ ਵਸਣ ਵਾਲੇ ਸਿੱਖਾਂ ਨੂੰ ਪੁੱਛਿਆ ਤੱਕ ਵੀ ਨਹੀਂ ਹੈ। ਬਿਲਕੁਲ ਨਹੀਂ ਪੁੱਛਿਆ ਵੀ ਸਰਦਾਰੋ ਤੁਹਾਡੀ ਕੀ ਸਲਾਹ ਹੈ। ਸਿਆਸੀ ਤੌਰ ਤੇ ਤੁਸੀਂ ਇਸ ਹੱਦ ਤੱਕ ਕਮਜ਼ੋਰ ਹੋ ਚੁੱਕੇ ਹੋ ਕਿ ਤੁਹਾਨੂੰ ਪੁੱਛਣ ਦੀ ਕੋਈ ਪਰਵਾਹ ਵੀ ਨਹੀਂ ਕਰੇ। ਇਸ ਲਈ ਸਾਡੇ ਸਿਆਸੀ ਆਗੂਆਂ ਨੂੰ ਧਿਆਨ ਕਰਨ ਦੀ ਲੋੜ ਹੈਗੀ ਹੈ। ਔਰ ਜਿਹੜੇ ਵੀ ਜੋ ਕੁਝ ਵੀ ਕਰਨ ਦੀ ਜ਼ਰੂਰਤ ਹੋਵੇ ਉਹ ਸੰਗਤੀ ਰੂਪ ਵਿੱਚ ਸੁਚੇਤ ਹੋ ਕੇ ਰਲ ਕੇ ਸਾਨੂੰ ਕਰਨਾ ਚਾਹੀਦਾ ਹੈ। ਤੋ ਅੱਜ ਦੇ ਅਖੀਰ ਦੇ ਵਿੱਚ ਅੱਜ ਦੇ ਨੌਜਵਾਨਾਂ ਨੂੰ ਸੰਖੇਪਕ ਕੋਈ ਮੈਸੇਜ ਤੁਸੀਂ ਦੇਣਾ ਚਾਹੋ? ਇਹੀ ਮੈਸੇਜ ਹੈ, ਇੱਕ ਤਾਂ ਪੰਜਾਬੀ ਦੀ ਗੁਰਮੁਖੀ ਦੀ ਸੰਭਾਲ ਕਰੋ, ਦੂਜੀ ਗੱਲ ਹੈ ਕਿ ਸਿੱਖੀ ਦੀ ਸੰਭਾਲ ਕਰੋ। ਦੇਖੋ ਇਹ ਖੂਬੀ, ਇਹ ਵਡਿਆਈ ਕਿ ਜੰਮੂ ਕਸ਼ਮੀਰ ਵਿੱਚ ਸਿੱਖੀ ਬੜੀ ਪਰਪੱਕ ਹੈ। ਇਹ ਬੀਤੇ ਦੀਆਂ ਗੱਲਾਂ ਨਾ ਹੋਣ, ਇਹ ਪ੍ਰੈਜ਼ੈਂਟ ਦੀ ਗੱਲ ਹੋਵੇ, ਇਹ ਫਿਊਚਰ ਦੀ ਗੱਲ ਹੋਵੇ। ਅਸੀਂ ਬਾਹਰ ਵੀ ਜਦੋਂ ਵਿਚਰਦੇ ਹਾਂ, ਕਿਉਂਕਿ ਮੈਨੂੰ ਕਈ ਵਾਰ ਕਸ਼ਮੀਰ, ਸ਼੍ਰੀਨਗਰ ਅਤੇ ਹੋਰ ਆਸੇ-ਪਾਸੇ ਤੁਹਾਡੇ ਇੱਥੇ ਆਉਣ ਜਾਣ ਦਾ ਮੌਕਾ ਬਣਿਆ, ਔਰ ਮੈਂ ਪ੍ਰਾਊਡ ਕਰਦਾ ਕਿ ਜੰਮੂ ਕਸ਼ਮੀਰ ਦੇ ਵਿੱਚ ਸਿੱਖੀ ਬੜੀ ਪਰਪੱਕ ਹੈ। ਇਹ ਗੱਲ ਨੌਜਵਾਨਾਂ ਨੂੰ ਸੰਭਾਲਣੀ ਚਾਹੀਦੀ ਹੈ ਕਿ ਸਿੱਖੀ ਵਿੱਚ ਸਾਡੀ ਜਿਹੜੀ ਪਰਪੱਕਤਾ ਵਾਲੀ ਗੱਲ ਹੈ ਨਾ, ਉਹ ਬਣੀ ਰਹੇ। ਔਰ ਮਾਪਿਆਂ ਨੂੰ ਲੋੜ ਹੈ ਇਸ ਗੱਲ ਦੀ ਕਿ ਆਪਣੇ ਬੱਚਿਆਂ ਨੂੰ ਸ਼ੁਰੂ ਤੋਂ ਲੈ ਕੇ ਫਰਮ ਦੀ ਵੈਰੀ ਬਿਗਨਿੰਗ ਉਹਨਾਂ ਨੂੰ ਗੁਰਬਾਣੀ ਨਾਲ ਜੋੜੋ ਔਰ ਉਹਨਾਂ ਨੂੰ ਸਿੱਖੀ ਸਰੂਪ ਨਾਲ ਜੋੜੋ। ਸਿੱਖੀ ਸਰੂਪ ਦੀ ਸੰਭਾਲੋ, ਉਹਨਾਂ ਨੂੰ ਸਿਖਾਓ, ਉਹਨਾਂ ਦੀ ਮਦਦ ਕਰੋ ਔਰ ਨਾਲ ਹੀ ਸਿਧਾਂਤਕ ਤੌਰ 'ਤੇ ਬੱਚਿਆਂ ਨੂੰ ਪਰਪੱਕ ਕਰੋ। ਮਾਪਿਆਂ ਦਾ ਇਹ ਜ਼ਿੰਮੇਵਾਰੀ ਹੁੰਦੀ ਹੈ। ਮਾਂ ਦਾ ਫਰਜ਼ ਕੇਵਲ ਇੱਥੇ ਨਹੀਂ ਮੁੱਕ ਜਾਂਦਾ ਕਿ ਉਸਨੇ ਬੱਚੇ ਨੂੰ ਜਨਮ ਦੇ ਦਿੱਤਾ ਹੈ, ਜਾਂ ਬਾਪ ਦਾ ਫਰਜ਼ ਇੱਥੇ ਨਹੀਂ ਮੁੱਕ ਜਾਂਦਾ ਕਿ ਉਹ ਰੋਟੀ ਕਮਾ ਕੇ ਲੈ ਆਉਂਦਾ ਹੈ, ਪੈਸਾ ਕਮਾ ਕੇ ਲੈ ਆਉਂਦਾ ਅਤੇ ਉਹ ਖਵਾਏ। ਇਹ ਬਾਪ ਦਾ ਫਰਜ਼ ਹੋ ਗਿਆ, ਬਾਪ ਦੇ ਫਰਜ਼ ਨੇ, ਮਾਂ ਦਾ ਫਰਜ਼ ਹੈ। ਪਰ ਉਹਨਾਂ ਨੂੰ ਸਿੱਖ ਮਾਂ, ਸਿੱਖ ਪਿਓ ਹੋ ਕੇ ਚੱਲਣ ਦੀ ਲੋੜ ਹੈ। ਬਹੁਤ ਬਹੁਤ ਧੰਨਵਾਦ। ਤੋ ਦਰਸ਼ਕੋ, ਇਹ ਸਨ ਤੁਹਾਡੇ ਸਾਹਮਣੇ ਜੋ ਸ਼ਖਸੀਅਤ ਅੱਜ ਅਸੀਂ ਲੈ ਕੇ ਆਏ ਹਾਂ, ਗਿਆਨੀ ਗੁਰਬਖਸ਼ ਸਿੰਘ ਜੀ, ਗੁਲਸ਼ਨ UK ਵਾਲੇ। ਇਸ ਤਰ੍ਹਾਂ ਦੀਆਂ ਹੀ ਹੋਰ ਵੀ ਸ਼ਖਸੀਅਤਾਂ ਨੂੰ ਆਪ ਜੀ ਦੇ ਸਾਹਮਣੇ ਸਮੇਂ-ਸਮੇਂ ਸਿਰ ਲੈ ਕੇ ਆਉਂਦੇ ਰਹਾਂਗੇ। ਤਦ ਤੱਕ ਦੇ ਲਈ ਜੀ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ, ਬਹੁਤ ਬਹੁਤ ਧੰਨਵਾਦ।